ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਰਾਏ ਬਿਸਾਲੀ ਤੇ ਰਾਏ ਬਿਭੌਰ, ਇਹਨਾਂ ਦਾ ਜੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਸਨੇਹ ਸੀ, ਉਹ ਆਪਾਂ ਪਿਛਲੇ ਦਿਨਾਂ ਦੇ ਵਿੱਚ ਵਿਚਾਰ ਸਾਂਝੀ ਕੀਤੀ। ਅੱਜ ਨਵਾਂ ਪ੍ਰਸੰਗ ਆਰੰਭ ਹੁੰਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਿਵੇਂ ਲਿਖਦੇ ਕਿ ਖਾਲਸੇ ਨੇ ਬੇਨਤੀ ਕੀਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਾਫੀ ਸਮਾਂ ਹੋ ਗਿਆ ਇੱਥੇ ਆਪਾਂ ਨੂੰ ਬਿਭੌਰ ਆਇਆ ਨੂੰ, ਤੇ ਹੁਣ ਅੰਦਰੋਂ ਪਾਤਸ਼ਾਹ ਤਾਂ ਉੱਠਦੀ ਹੈ ਕਿ ਆਪਾਂ ਅਨੰਦਪੁਰ ਸਾਹਿਬ ਜਾਈਏ। ਸੋ ਖਾਲਸੇ ਦੇ ਸੰਗਤਾਂ ਦੇ ਬੇਨਤੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਸੁਣ ਕੇ ਵਾਪਸ ਅਨੰਦਪੁਰ ਸਾਹਿਬ ਆਉਣਾ ਕੀਤਾ। ਕਈ ਪਿਆਰਿਓ ਗੁਰੂ ਸਾਹਿਬ ਦੇ ਜਾਣ ਮਗਰੋਂ ਇੱਥੋਂ ਅਨੰਦਪੁਰ ਸਾਹਿਬ ਦਾ ਅਸਥਾਨ ਛੱਡ ਕੇ ਚਲੇ ਗਏ ਸਨ, ਪਰ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਕਿ ਕਲਗੀਧਰ ਪਾਤਸ਼ਾਹ ਜੀ ਵਾਪਸ ਆ ਗਏ ਅਨੰਦਪੁਰ ਸਾਹਿਬ, ਉਹ ਸਾਰੇ ਵੀ ਹੁਣ ਮੁੜ ਕੇ ਵਾਪਸ ਆਉਣ ਲੱਗ ਪਏ ਨੇ। ਜਿੰਨੇ ਵੀ ਸੰਨਿਆਸੀ ਸਨ, ਜਿੰਨੇ ਵੀ ਪਿਆਰਿਓ ਵਰਤੀਏ ਸਨ, ਜਾਂ ਹੋਰ ਆਤਮ ਅਧਿਆਤਮਕ ਅਵਸਥਾ ਦੇ ਵੱਲ ਨੂੰ ਆਪਣੇ ਅੰਦਰ ਨੂੰ ਚਾਨਣ ਵਿੱਚ ਲਿਆਉਣ ਵਾਸਤੇ ਪਿਆਰਿਓ ਯਤਨ ਕਰਦੇ ਸਨ, ਜਾਂ ਜਿਨ੍ਹਾਂ ਦੇ ਅੰਦਰ ਜਿਹੜੇ ਨੇ ਕਿਸੇ ਨਾ ਕਿਸੇ ਕਾਰਨ ਕਰਕੇ ਪਿਆਰਿਓ ਕੋਈ ਨਾ ਕੋਈ ਸਵਾਲ ਉੱਠਦੇ ਰਹਿੰਦੇ ਸਨ, ਉਹ ਆਪਣੇ ਸਾਰੇ ਸਵਾਲਾਂ ਨੂੰ ਲੈ ਕੇ ਇੱਥੇ ਅਨੰਦਪੁਰ ਸਾਹਿਬ ਆਉਣ ਲੱਗ ਪਏ ਨੇ। ਜ਼ਿਆਦਾਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪਿਆਰਿਓ, ਜਿਵੇਂ ਕੀਰਤਨ ਹੁੰਦਾ ਸੀ ਪਹਿਲਾਂ ਦੀ ਤਰ੍ਹਾਂ ਕੀਰਤਨ ਆਰੰਭ ਹੋ ਗਿਆ, ਕਥਾਵਾਂ ਹੋਣ ਲੱਗ ਪਈਆਂ, ਕਵੀ ਦਰਬਾਰ ਜਿਹੜਾ ਸਜਣ ਲੱਗ ਪਿਆ। ਪਹਿਲਾਂ ਦੀ ਤਰ੍ਹਾਂ ਅਨੰਦਪੁਰ ਸਾਹਿਬ ਫਿਰ ਤੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਆਨੰਦ ਵਰਸਣ ਲੱਗ ਪਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਿਹੜਾ ਪ੍ਰਸੰਗ ਲਿਖਦੇ ਆ ਨਾ ਪਿਆਰਿਓ, ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਬਤ ਲਿਖਦੇ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨਾ ਇੱਕ ਕੇਲਿਆਂ ਦਾ ਬਾਗ ਜਿਹੜਾ ਉਸ ਬਾਗ ਦੇ ਵਿੱਚ ਆ ਗਏ, ਤੇ ਅੱਜ ਪਹਿਲੇ ਦਿਨ ਨਹੀਂ ਕਈ ਦਿਨਾਂ ਤੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨਾ ਲਗਾਤਾਰ ਹੀ ਤਕਰੀਬਨ ਮਹਾਰਾਜ ਸੱਚੇ ਪਾਤਸ਼ਾਹ ਇਸ ਬਾਗ ਦੇ ਵਿੱਚ ਆਉਂਦੇ ਨੇ। ਉਧਰ ਦੀਵਾਨ ਦੇ ਵਿੱਚ ਕਈ ਵਾਰ ਭੋਗ ਪੈਣ ਵਾਲਾ ਹੁੰਦਾ ਸੀ, ਕਈ ਵਾਰੀ ਭੋਗ ਪੈ ਜਾਣ ਤੋਂ ਬਾਅਦ ਆਉਂਦੇ ਸਨ, ਪਰ ਤਕਰੀਬਨ ਮਹਾਰਾਜ ਸੱਚੇ ਪਾਤਸ਼ਾਹ ਇਸ ਬਾਗ ਵਿੱਚ ਆਣ ਕੇ ਪਿਆਰਿਓ ਬਹਿ ਜਾਂਦੇ ਆ ਸੁਭਾਏਮਾਨ ਹੋ ਕੇ ਨਾ। ਤੇ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਚੜ੍ਹਦੇ ਵੱਲ ਨੂੰ ਆਪਣੀ ਪਿੱਠ ਕਰਕੇ ਤੇ ਲਹਿੰਦੇ ਵੱਲ ਨੂੰ ਪਿਆਰਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਮੁੱਖ ਕਰਕੇ ਤੇ ਬਹਿ ਜਾਂਦੇ ਸਨ। ਇੱਦਾਂ ਬਿਰਾਜ ਕੇ ਨਾ ਚੌਂਕੜਾ ਲਾ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਧਿਆਨ ਮਗਨ ਹੋ ਜਾਂਦੇ, ਉਸ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਨਿਰੰਤਰ ਸਮਾਧੀ ਲਾ ਲੈਂਦੇ ਨੇ, ਜਿਵੇਂ ਦਵੈਤ ਏਕ ਰੂਪ ਹੋਏ ਗਏ ਵਾਲੀ ਅਵਸਥਾ। ਬੜੇ ਮਗਨ ਹੋ ਜਾਂਦੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ, ਤੇ ਨਾਲ ਕੁਝ ਸਿੰਘ ਜਿਹੜੇ ਨੇ ਜਥੇ ਦੇ ਰੂਪ ਵਿੱਚ ਮਹਾਰਾਜ ਨਾਲ ਆਉਂਦੇ, ਜਿਹੜੇ ਕਾਫੀ ਦੂਰੀ ਤੇ ਖੜੇ ਹੋ ਜਾਂਦੇ ਸਨ। ਤੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਕਰਨ ਪਿਆਰਿਓ, ਅੱਜ ਸਤਿਗੁਰੂ ਪਾਤਸ਼ਾਹ ਜਦੋਂ ਇੱਦਾਂ ਧਿਆਨ ਲਾ ਕੇ ਬਿਰਾਜਮਾਨ ਨੇ, ਸੁਭਾਈਮਾਨ ਨੇ ਨਾ, ਤੇ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕੀਤੀ, ਥੋੜੀ ਰੌਸ਼ਨੀ ਜਿਹੜੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਵੱਲ ਨੂੰ ਆਉਂਦੀ ਹੈ, ਪਰ ਨੇਤਰ ਮੂੰਦੇ ਹੋਏ ਬੰਦ ਨੇ। ਪਾਤਸ਼ਾਹ ਜੀ ਨੇ ਮਣਕੜੇ ਜੇ ਹੌਲੇ ਜਿਹੇ ਆਪਣੇ ਨੇਤਰਾਂ ਨੂੰ ਖੋਲ੍ਹਿਆ, ਤੇ ਇੱਕਦਮ ਰੌਸ਼ਨੀ ਜਿਹੜੀ ਆ ਨੇਤਰਾਂ ਵਿੱਚ ਆਈ, ਤੇ ਫਿਰ ਗੁਰੂ ਸਾਹਿਬ ਨੇ ਨੇਤਰ ਬੰਦ ਕਰ ਲਏ, ਫਿਰ ਜਰਾ ਕੁ ਖੋਲ੍ਹੇ, ਫਿਰ ਬੰਦ ਕੀਤੇ। ਵਾਰ-ਵਾਰ ਗੁਰੂ ਸਾਹਿਬ ਨੇਤਰਾਂ ਨੂੰ ਖੋਲ੍ਹਦੇ ਆ, ਬੰਦ ਕਰਦੇ, ਜਿਵੇਂ ਉਹ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹਨਾਂ ਨੂੰ ਮਾਣ ਰਹੇ ਹੁੰਦੇ ਆ, ਉਹਨਾਂ ਦਾ ਆਨੰਦ ਲੈ ਰਹੇ ਹੁੰਦੇ। ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਹੁਣ ਪਿਆਰੇ ਨਿਰੰਤਰ ਇੱਦਾਂ ਕਰਦੇ, ਇੱਕਦਮ ਹੁਣ ਜਿਵੇਂ ਨੇਤਰ ਪੂਰਨ ਤੌਰ 'ਤੇ ਖੋਲ੍ਹੇ ਆ ਨਾ, ਤੇ ਸਤਿਗੁਰੂ ਪਾਤਸ਼ਾਹ ਕੀ ਵੇਖਦੇ ਆ ਕਿ ਅਸੀਂ ਤੇ ਲਹਿੰਦੇ ਵੱਲ ਨੂੰ ਆਪਣਾ ਮੁੱਖ ਕੀਤਾ ਹੋਇਆ ਸੀ, ਪਰ ਸਾਡੇ ਸਾਹਮਣੇ ਸੂਰਜ ਦੀ ਟਿੱਕੀ ਕਿੱਥੋਂ ਆ ਗਈ, ਕਿ ਸੂਰਜ ਤੇ ਪਿੱਠ ਵਾਲੇ ਪਾਸੇ ਹੈ, ਇੱਧਰ ਸਾਹਮਣੇ ਵਾਲੇ ਪਾਸੇ ਸੂਰਜ ਕਿੱਥੋਂ ਆ ਗਿਆ। ਜਦੋਂ ਪਿਛਾਂਹ ਨੂੰ ਸਤਿਗੁਰਾਂ ਨੇ ਆਪਣੇ ਨਿਰਤਰ ਕਰਕੇ ਵੇਖਿਆ, ਤੇ ਪਿੱਛੇ ਵੀ ਇੱਕ ਸੂਰਜ ਆ, ਸਾਹਮਣੇ ਵੀ ਇੱਕ ਸੂਰਜ ਆ,
ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਧਿਆਨ ਲਾ ਕੇ ਉਹਦੇ ਵੱਲ ਵੇਖਿਆ ਤੇ ਕੀ ਵੇਖਦੇ ਆ ਕਿ ਪਿਆਰਿਓ ਇੱਕ ਕਾਗਜ਼ ਨੁਮਾ ਮੂਰਤ ਬਣਾਈ ਹੈ, ਜਿਹਦੇ ਵਿੱਚ ਇੱਦਾਂ ਦਾ ਪਿਆਰਿਓ ਸੂਰਜ ਬਣਾ ਦਿੱਤਾ ਗਿਆ ਜਿਵੇਂ ਹੂਬਹੂ ਵਾਕਿਆ ਸੱਚਮੁੱਚ ਦਾ ਸੂਰਜ ਹੁੰਦਾ। ਅਸਮਾਨ ਉਹਦੇ ਵਿੱਚ ਬਣਾ ਦਿੱਤਾ ਗਿਆ, ਸੂਰਜ ਬਣਾ ਦਿੱਤਾ ਗਿਆ। ਇੱਦਾਂ ਦਾ ਪਿਆਰਿਓ ਮੂਰਤ ਘੜ ਦਿੱਤੀ ਤੇ ਨਾਲ ਇੱਕ ਛੋਟੀ ਜਿਹੀ ਕਵਿਤਾ ਲਿਖ ਦਿੱਤੀ, ਜਿਹਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿਫਤੋ ਸਲਾਹ ਪਿਆਰਿਓ ਲਿਖ ਦਿੱਤੀ ਗਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਿਆਰਿਓ ਉਸ ਕਵਿਤਾ ਨੂੰ ਪੜ੍ਹਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਵੇਂ ਉਸ ਕਵਿਤਾ ਨੂੰ ਪੜ੍ਹਦੇ ਆ ਤੇ ਬੜਾ ਆਨੰਦਿਤ ਹੁੰਦੇ ਨੇ। ਭਾਈ ਇੰਨੀ ਵਧੀਆ ਤਰੀਕੇ ਦੇ ਨਾਲ ਇਹ ਕਵਿਤਾ ਲਿਖਣ ਵਾਲਾ ਕੌਣ ਹੈ? ਇਹ ਇੰਨੇ ਸੋਹਣੇ ਤਰੀਕੇ ਦੇ ਨਾਲ ਇਹ ਜਿੰਨੇ ਵੀ ਕਿਸੇ ਨੇ ਕਵਿਤਾ ਲਿਖੀ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਬੜੀ ਸੋਹਣੀ ਲੱਗ ਰਹੀ। ਪਿਆਰੋ ਉਸ ਕਵਿਤਾ ਦੇ ਬੋਲ ਜਿਹੜੇ ਹੈ ਕਿ ਸਾਧਨ ਕੋ ਸਿੱਧ ਸਰਨਾਗਤ ਸਮਰ ਸਿੰਧ ਸੁਦਾ ਸਰ ਸੁੰਦਰ ਸਰਸ ਪਦ ਪਾਇਓ ਹੈ। ਕੁਲ ਕੋ ਕਲਸ ਕਵ ਕਾਮਨਾ ਕੋ ਕਾਮ ਤਰ ਕੋਪ ਕੀਏ ਕਾਲ ਕਵि ਅਨਗੁਣ ਗਾਇਓ ਹੈ। ਦੇਵਨ ਮੈਂ ਦਾਨਵ ਮੈਂ ਮਾਨਵ ਮਨਨ ਹੂੰ ਮੈਂ ਜਾ ਕੋ ਦਸ ਜਾਹਰ ਜਹਾਨ ਚਲ ਆਇਓ ਹੈ। ਫਿਰ ਇਹਦੀ ਅਖੀਰਲੀ ਪੰਕਤੀ ਲਿਖੀ ਹੈ, ਜਿਹਦੇ ਵਿੱਚ ਲਿਖਿਆ ਗਿਆ ਤੇਗ ਸਾਚੋ ਦੇਗ ਸੱਚ ਸੂਰਮਾ ਸ਼ਰਨ ਸਾਚੋ ਸਾਚੋ ਪਾਤਸ਼ਾਹ ਗੁਰੂ ਗੋਬਿੰਦ ਕਹਾਇਓ ਹੈ। ਇਹ ਜਦੋਂ ਚਾਰ ਪੰਕਤੀਆਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੜ੍ਹੀਆਂ ਨਾ ਤੇ ਬੜੇ ਖੁਸ਼ ਹੋਏ ਮਹਾਰਾਜ, ਮੁਸਕਰਾਉਣ ਲੱਗ ਪਏ ਸਤਿਗੁਰੂ ਸੱਚੇ ਪਾਤਸ਼ਾਹ। ਮਹਾਰਾਜ ਨੇ ਹੁਣ ਜਿਹੜੇ ਦੂਰ ਖੜੇ ਸਿੰਘ ਸਨ ਉਹਨਾਂ ਵੱਲ ਨੂੰ ਇਸ਼ਾਰਾ ਕੀਤਾ, ਇੱਕ ਸਿੰਘ ਨੂੰ ਨੇੜੇ ਆਉਣ ਲਈ ਆਖਿਆ। ਜਦੋਂ ਇਸ਼ਾਰਾ ਤੱਕਦਿਆਂ ਹੁਕਮ ਪਾ ਕੇ ਉਹ ਸਿੰਘ ਸਤਿਗੁਰਾਂ ਦੇ ਨੇੜੇ ਆਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇੰਜ ਖੜਾ ਹੋ ਗਿਆ ਜਿਵੇਂ ਕੋਈ ਆਗਿਆ ਲੈਣੀ ਹੋਵੇ। ਤੇ ਗੁਰੂ ਸਾਹਿਬ ਨੇ ਬਚਨ ਕੀਤੇ। ਮਹਾਰਾਜ ਕਹਿਣ ਲੱਗੇ ਭਾਈ ਇਹ ਜੋ ਮੂਰਤ ਘੜੀ ਹੈ ਕੌਣ ਹੈ ਇਹਦਾ ਘੜਨ ਵਾਲਾ? ਇਹ ਕਵਿਤਾ ਲਿਖਣ ਵਾਲਾ ਕਵੀ ਕੌਣ ਹੈ? ਮਹਾਰਾਜ ਕਹਿੰਦੇ ਕਿੰਨੇ ਰੱਖੀ ਆ? ਤੇ ਸਿੰਘਾਂ ਨੇ ਅੱਗੋਂ ਜਵਾਬ ਦਿੱਤਾ ਸੱਚੇ ਪਾਤਸ਼ਾਹ ਮਹਾਰਾਜ ਪਤਾ ਨਹੀਂ ਕੌਣ ਰੱਖ ਗਿਆ, ਪਤਾ ਨਹੀਂ ਕਦੋਂ ਰੱਖ ਗਿਆ, ਨਾ ਪਤਾ ਹੈ ਕੌਣ ਰੱਖ ਗਿਆ ਤੇ ਨਾ ਹੀ ਇਹ ਪਤਾ ਮਹਾਰਾਜ ਕਦੋਂ ਰੱਖੀ ਹੈ। ਸੱਚੇ ਪਾਤਸ਼ਾਹ ਸਾਨੂੰ ਕੁਝ ਨਹੀਂ ਪਤਾ। ਜਦੋਂ ਇੰਨੀ ਬੇਨਤੀ ਕੀਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਗਦਗਦ ਹੋ ਕੇ ਬੜੇ ਪ੍ਰਸੰਨ ਹੋਏ, ਖੁਸ਼ ਹੋ ਗਏ। ਹੁਣ ਪਿਆਰਿਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਾਫੀ ਸਮਾਂ ਉਹਦੇ ਵੱਲ ਵੇਖਦੇ ਰਹੇ, ਪਰ ਮਹਾਰਾਜ ਨਾ ਉੱਥੋਂ ਹੁਣ ਚੱਲ ਪਏ ਵਾਪਸ। ਇੱਕ ਸਿੰਘ ਜਿਹੜਾ ਉਹ ਹੁਕਮ ਪਾਉਣ ਵਾਸਤੇ ਕਿ ਕਿਤੇ ਗੁਰੂ ਸਾਹਿਬ ਕਹਿਣਗੇ ਕਿ ਇਹ ਮੂਰਤ ਜਿਹੜੀ ਹੈ, ਇਹ ਕਵਿਤਾ ਜਿਹੜੀ ਚਾਉਣੀ ਹੈ ਚੁੱਕਣੀ ਹੈ ਜਾਂ ਨਹੀਂ, ਇਸ ਹੁਕਮ ਨੂੰ ਪਾਉਣ ਵਾਸਤੇ ਖੜਾ ਰਿਹਾ ਕਾਫੀ ਸਮਾਂ। ਪਰ ਕੀ ਵੇਂਦਾ ਗੁਰੂ ਸਾਹਿਬ ਚੱਲ ਪਏ ਨੇ। ਤੇ ਮਹਾਰਾਜ ਨੂੰ ਪੁੱਛਿਆ ਮਹਾਰਾਜ ਇਹਦਾ ਕੀ ਕਰੀਏ? ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਆਓ ਚੱਲੀਏ, ਛੱਡੋ ਇਹਨੂੰ ਰਹਿਣ ਦਿਓ, ਆਓ ਚੱਲੀਏ। ਜਦੋਂ ਮਹਾਰਾਜ ਨੇ ਆਉਣ ਵਾਸਤੇ ਆਖਿਆ ਤੇ ਇੱਕ ਸਿੰਘ ਪੁੱਛਦਾ ਪਾਤਸ਼ਾਹ ਇਹ ਚਾਉਣੀ ਨੇ ਲੈ ਕੇ ਨਹੀਂ ਜਾਣੀ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮੂਰਤ ਪਿਆਰੀ ਹੈ, ਕਵਿਤਾ ਨਿਆਰੀ ਹੈ, ਪਰ ਖਿਮਾਹੀਨ ਆ। ਇੰਨੇ ਬਚਨ ਕਹਿ ਦਿੱਤੇ। ਹੁਣ ਰਮਜ ਪਾ ਦਿੱਤੀ ਕਿ ਜਿਹੜੀ ਮੂਰਤ ਆ ਬੜੀ ਪਿਆਰੀ ਹੈ, ਕਵਿਤਾ ਵੀ ਬੜੀ ਨਿਆਰੀ ਹੈ। ਇਹ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬੜਾ ਚੰਗਾ ਸਭ ਕੁਝ, ਪਰ ਹੱਥ ਜਿਹੜੇ ਨੇ ਮਹਾਰਾਜ ਕਹਿਣ ਲੱਗੇ ਹੱਥ ਖਿਮਾਹੀਨ ਹੈ। ਗੁਰੂ ਸਾਹਿਬ ਨੇ ਇੰਨੇ ਬਚਨ ਕੀਤੇ ਤੇ ਪਿਆਰੇ ਚੱਲ ਪਏ ਗੁਰੂ ਸਾਹਿਬ ਵਾਪਸ ਨੂੰ। ਉਹ ਪਰਮਾਤਮਾ ਦਾ ਰੂਪ ਅਕਾਲ ਰੂਪ ਆਪ ਖੁਦ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਬਾਬ ਤਾਂ ਆਪਾਂ ਪੜ੍ਹਦੇ ਸੁਣਦੇ ਆ, ਵਹਿ ਪ੍ਰਗਟਿਓ ਪੁਰਖ ਭਗਵੰਤ। ਆਪ ਅਕਾਲ ਪੁਰਖ ਦਾ ਰੂਪ ਸਤਿਗੁਰੂ ਮਹਾਰਾਜ ਸਿੰਘਾਂ ਦੇ ਜਥੇ ਨੂੰ ਲੈ ਕੇ ਵਾਪਸ ਨੂੰ ਚੱਲ ਪਏ। ਜਦੋਂ ਗੁਰੂ ਪਿਆਰਿਓ ਸਤਿਗੁਰੂ ਮਹਾਰਾਜ ਜਾਂਦੇ ਨੇ ਤੇ ਪਿੱਛੋਂ ਮਗਰੋਂ ਨਾ ਜਦੋਂ ਕਾਫੀ ਦੂਰ ਗੁਰੂ ਸਾਹਿਬ ਲੰਘ ਗਏ, ਜਦੋਂ ਘੋੜਿਆਂ ਦੇ ਪੈੜਾਂ ਦੇ ਨਾਲ ਪਿਆਰਿਓ ਉਹ ਧੂੜ ਜਿਹੜੇ ਆ ਉੱਡਣੀ ਸੀ ਜਿਹੜੀ ਉਹ ਵੀ ਬੰਦ ਹੋ ਗਈ। ਫਿਰ ਇੱਕ ਕੇਲਿਆਂ ਦੀਆਂ ਜੜ੍ਹਾਂ ਦੇ ਵਿੱਚੋਂ ਇੱਕ ਹੋਰ ਸੂਰਤ ਨਿਕਲੀ ਹੈ, ਪਤਲੇ ਜਿਹੇ ਸਰੀਰ ਵਾਲੀ ਇੱਕ ਸੂਰਤ ਨਿਕਲੀ
ਤੇ ਬੜੇ ਟਿਕ ਟਿਕੀ ਲਾ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਜਾਂਦਿਆਂ ਹੋਇਆਂ ਨੂੰ, ਉਸ ਜਥੇ ਨੂੰ ਜਾਂਦਿਆਂ ਹੋਇਆਂ ਨੂੰ ਵੇਖਦਾ ਰਿਹਾ ਤੇ ਬੜਾ ਉਦਾਸ ਜਿਹਾ ਹੋ ਗਿਆ, ਬੜਾ ਉਦਾਸ ਜਿਹਾ ਹੋ ਗਿਆ। ਜਦੋਂ ਗੁਰੂ ਸਾਹਿਬ ਦਾ ਜਥਾ ਚਲਿਆ ਗਿਆ ਤੇ ਮਗਰੋਂ ਮਨ ਹੀ ਮਨ ਵਿਚਾਰਾਂ ਕਰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਿਹਾ ਏ ਕਿ ਕਵਿਤਾ ਜਿਹੜੀ ਹੈ ਬੜੀ ਪਿਆਰੀ, ਬੜੀ ਨਿਆਰੀ ਹੈ, ਸੂਰਤ ਜਿਹੜੀ ਇਹ ਮੂਰਤ ਆ ਮਹਾਰਾਜ ਸੱਚੇ ਪਾਤਸ਼ਾਹ ਵੀ ਬੜੀ ਪਿਆਰੀ ਨਿਆਰੀ ਲੱਗੀ, ਪਰ ਹੱਥ ਖਿਮਾਹੀਣ ਆ ਮਹਾਰਾਜ, ਇਹ ਕੁਝ ਸਮਝ ਨਹੀਂ ਆਈ। ਸੱਚੇ ਪਾਤਸ਼ਾਹ ਮੈਨੂੰ ਪਤਾ ਕਿ ਮੈਂ ਥੋੜ੍ਹਾ ਬਹੁਤਾ ਕਵੀ ਪੁਣਾ ਵੀ ਜਾਣਦਾ, ਲਿਖ ਲੈਂਦਾ ਵਾਂ, ਪਰ ਮਹਾਰਾਜ ਮੈਂ ਜਤੀ ਵੀ ਹਾਂ, ਮੈਂ ਸਤੀ ਵੀ ਹਾਂ ਮਹਾਰਾਜ ਸੱਚੇ ਪਾਤਸ਼ਾਹ, ਮੈਂ ਕੋਈ ਗੁਨਾਹ ਵੀ ਨਹੀਂ ਕਰਦਾ, ਮੇਰਾ ਜੀਵਨ ਬੜਾ ਨਿਰਮਲ ਆ, ਬੜਾ ਚੰਗਾ ਸੁਭਾਅ ਦਾ ਮੈਂ ਮਾਲਕ ਹਾਂ। ਪਰ ਮਹਾਰਾਜ ਮੈਂ ਸਿਰਫ ਇਹ ਨਹੀਂ ਸੀ ਚਾਹੁੰਦਾ ਕਿ ਤੁਸੀਂ ਇਹ ਮੇਰੇ ਬਣਾਏ ਹੋਏ ਦੀ ਕਦਰ ਪਾਓ, ਤੁਸੀਂ ਤੇ ਕਦਰਦਾਨ ਨੂੰ ਤੁਸੀਂ ਪਾਓਗੇ ਕਦਰ, ਪਰ ਮਹਾਰਾਜ ਮੈਂ ਤੇ ਇੱਕ ਸ਼ਰਨਾਗਤ ਆਇਆ ਸਾਂ, ਮੈਂ ਤੇ ਤੁਹਾਡੀ ਸ਼ਰਨ ਲੈਣ ਵਾਸਤੇ ਆਇਆ ਸਾਂ, ਪਰ ਮਹਾਰਾਜ ਤੁਸੀਂ ਮੇਰੇ ਬਾਰੇ ਪਤਾ ਹੀ ਨਹੀਂ ਕੀਤਾ। ਇਸ ਮਹਾਰਾਜ ਸੱਚੇ ਪਾਤਸ਼ਾਹ ਬਣਾਏ ਗਏ ਮੂਰਤ ਨੂੰ ਇੱਥੇ ਛੱਡ ਗਏ ਹੋ, ਇਸ ਕਵਿਤਾ ਨੂੰ ਵੀ ਨਾਲ ਨਹੀਂ ਲੈ ਕੇ ਗਏ ਮਹਾਰਾਜ, ਇਹਦੀ ਸਿਫਤ ਇਹਦੀ ਵਾਹ ਕਰ ਗਏ ਹੋ, ਪਰ ਨਾਲ ਕਿਉਂ ਨਹੀਂ ਲੈ ਕੇ ਗਏ। ਹੁਣ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਮਨ ਹੀ ਮਨ ਇੱਦਾਂ ਗੱਲਾਂ ਕਰਦਾ, ਪਰ ਪਿਆਰਿਓ ਅਖੀਰ ਮਨ ਵਿੱਚ ਇੱਕ ਸਵਾਲ ਦਾ ਜਵਾਬ ਆਪਣੇ ਆਪ ਲੱਭ ਲਿਆ ਕਿ ਜੇਕਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਕਿਹਾ ਹੈ ਕਿ ਇਹ ਮੂਰਤ ਨਿਆਰੀ ਪਿਆਰੀ ਆ, ਕਵਿਤਾ ਜਿਹੜੀ ਆ ਇਹ ਬੜੀ ਨਿਆਰੀ ਹੈ, ਪਰ ਹੱਥ ਖਿਮਾਹੀਣ, ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਤੁਹਾਨੂੰ ਲੱਗਾ ਨਾ ਕਿਤੇ ਕਿ ਇਹ ਹੱਥ ਜਿਹੜੇ ਨੇ ਖਿਮਾਹੀਣ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਕੋਈ ਨਾ ਕੋਈ ਮੈਂ ਗੁਨਾਹ ਕੀਤਾ ਹੋਵੇਗਾ ਜ਼ਰੂਰ, ਜਿਹਦੇ ਕਰਕੇ ਤੁਸੀਂ ਇਹ ਬਚਨ ਕੀਤੇ ਨੇ। ਤੁਹਾਡੀਆਂ ਰਮਜ਼ਾਂ ਨੂੰ ਤੁਸੀਂ ਜਾਣਦੇ। ਕਵੀ ਸੈਨਾਪਤੀ ਨੇ ਪਿਆਰਿਓ ਥੋੜ੍ਹੀ ਜਿਹੀ ਗੱਲ ਨੂੰ ਗੌਲਿਆ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਇਹ ਗੱਲ ਕੀਤੀ ਆ ਥੋੜ੍ਹੀ ਜਿਹੀ ਕਿ ਮਹਾਰਾਜ ਧਿਆਨ ਦਿੱਤਾ ਜਾਵੇ, ਇਹ ਕਿਹਦੇ ਬਣਾਈ ਹੋਈ ਕਿਹਦੀ ਲਿਖੀ ਹੋਈ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਉਹਦੀ ਗੱਲ ਵੱਲ ਵੀ ਧਿਆਨ ਨਹੀਂ ਦਿੱਤਾ, ਜ਼ਰੂਰ ਕੋਈ ਨਾ ਕੋਈ ਕਾਰਨ ਹੋਵੇਗਾ। ਸੋ ਇੱਦਾਂ ਪਿਆਰ ਵਿਚਾਰਦਾ ਹੋਇਆ ਮਨ ਦੇ ਵਿੱਚ ਬੜਾ ਉਦਾਸ ਹੋ ਗਿਆ। ਆਪਾਂ ਕੱਲ੍ਹ ਨੂੰ ਇਹਨਾਂ ਯਤਨ ਕਰਾਂਗੇ, ਥੋੜ੍ਹਾ ਥੋੜ੍ਹਾ ਜਿਵੇਂ ਵੀ ਸਮਝ ਆਏਗੀ ਇਹਨੂੰ ਥੋੜ੍ਹਾ ਥੋੜ੍ਹਾ ਵਿਚਾਰੀ ਚੱਲਾਂਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਬਾਰੇ ਲੋਕ ਕਹਿੰਦੇ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਦੇ ਮਾਲਕ ਨੇ, ਕਲਗੀਆਂ ਲਗਾਉਂਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਸਤਰ ਧਾਰੀ ਨੇ, ਸ਼ਸਤਰ ਸਜਾਉਂਦੇ, ਸ਼ਸਤਰ ਪਹਿਨਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜਿਆਂ 'ਤੇ ਚੜ੍ਹਦੇ ਨੇ, ਸਵਾਰੀਆਂ ਕਰਦੇ, ਗੱਤਕੇ ਬਾਜ਼ੀਆਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਖਾਲਸੇ ਨੂੰ ਹਿੱਸਾ ਦਿਵਾਉਂਦੇ ਨੇ, ਖਾਲਸੇ ਪੰਥ ਨੂੰ ਗੱਤਕਾ ਬਾਜ਼ੀ ਸਿਖਾਉਂਦੇ ਨੇ। ਇੱਦਾਂ ਦੇ ਜੌਹਰ ਜੰਗਾਂ ਯੁੱਧਾਂ ਦੇ ਵਿੱਚ ਸ਼ਾਮਲ ਹੁੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜ਼ੁਲਮ ਦੇ ਖਿਲਾਫ ਖੜ੍ਹਦੇ ਆ। ਉੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਚਿਹਰਾ ਜਿਹੜਾ ਹੈ ਲੋਕਾਂ ਦੇ ਸਾਹਮਣੇ ਨਹੀਂ ਆ ਰਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਕਦਰਦਾਨ, ਜਿਵੇਂ ਕਦਰ ਪਾਉਣ ਵਾਲੇ ਨੇ, ਜਿਹੜਾ ਵੀ ਕੋਈ ਪਿਆਰ ਕਿਸੇ ਪੱਖ ਤੋਂ ਵਿਦਵਾਨ ਹੈ, ਕੋਈ ਕਿਸੇ ਤਰ੍ਹਾਂ ਦਾ ਕਿਸੇ ਦੇ ਅੰਦਰ ਵੀ ਹੁਨਰ ਹੈਗਾ, ਮਹਾਰਾਜ ਉਹਦੇ ਹੁਨਰ ਦੀ ਕਦਰ ਪਾਉਂਦੇ। ਕੋਈ ਕਵੀ ਆ ਜਾਵੇ, ਕੋਈ ਪਿਆਰ ਕੋਈ ਵੀ ਆ ਜਾਵੇ ਚੱਲ ਕੇ ਇੱਥੇ, ਕੋਈ ਕਵਿਤਾ ਗਾਉਣ ਵਾਲਾ ਹੋਵੇ, ਕੋਈ ਕਵਿਤਾ ਲਿਖਣ ਵਾਲਾ ਹੋਵੇ, ਕੋਈ ਪੜ੍ਹਨ ਵਾਲਾ ਹੋਵੇ, ਕੋਈ ਪੜ੍ਹਾਉਣ ਵਾਲਾ ਹੋਵੇ, ਫਿਰ ਕੋਈ ਸ਼ਾਸਤਰ ਬਣਾਉਣ ਵਾਲਾ ਵੀ ਹੋਵੇ, ਭਾਵੇਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਕਿਸੇ ਅੰਦਰ ਜੇਕਰ ਗੁਣ ਆ ਤੇ ਮਹਾਰਾਜ ਉਹਦੇ ਗੁਣਾਂ ਦੀ ਪਹਿਚਾਣ ਕਰ ਲੈਂਦੇ ਨੇ। ਕਿਉਂਕਿ ਪਿਆਰਿਓ ਅਵਗੁਣ ਤੇ ਹਰ ਕੋਈ ਵੇਖ ਲੈਂਦਾ, ਪਰ ਗੁਣ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੇਖਦੇ ਆ। ਗੁਣਾਂ ਦੀ ਪਰਖ ਤੇ ਸਤਿਗੁਰੂ ਨੂੰ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਵੇਂ ਆਪਣੇ ਪਿਆਰਿਆਂ ਦਾ ਖਿਆਲ ਕਰਦੇ ਆ। ਆਪਾਂ ਜਿਵੇਂ ਜਿਵੇਂ ਸਮਾਂ ਮਿਲੇਗਾ ਥੋੜ੍ਹੀ ਥੋੜ੍ਹੀ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਯਤਨ ਕਰਾਂਗੇ। ਸੋ ਸਤਿਗੁਰੂ ਮਹਾਰਾਜ ਵਾਪਸ ਚਲੇ ਗਏ। ਇਹ ਮਗਰੋਂ ਉਦਾਸ ਵਿਰਾਗ ਦੇ ਵਿੱਚ ਆ ਕੇ ਇੱਦਾਂ ਵਿਚਾਰਾਂ ਕਰਦਾ। ਸੋ ਕੱਲ੍ਹ ਨੂੰ ਆਪਾਂ ਇਹ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਜਿਵੇਂ ਵੀ ਸਮਾਂ ਮਿਲਿਆ ਕੱਲ੍ਹ ਨੂੰ ਜਾਂ ਪਰਸੋਂ, ਆਪਾਂ ਇਹ ਵਿਚਾਰਾਂਗੇ ਕਿ ਸਭਾ ਲੱਗੀ ਹੈ ਗੁਰੂ ਖਾਲਸੇ ਦੀ, ਜਿਹਦੇ ਵਿੱਚ ਦਸ਼ਮੇਸ਼ ਜੀ ਆਏ, ਪਰ ਉਹ ਤੋਂ ਪਹਿਲਾਂ ਪਿਆਰ ਸਾਰੇ ਸਿੰਘ ਜਿਹੜੇ ਮਿਲ ਕੇ, ਸਾਰੇ ਵਿਦਵਾਨ ਕਵੀ ਮਿਲ ਕੇ ਵਿਚਾਰਾਂ ਕਰਦੇ ਗੁਣਾਂ ਦੀਆਂ, ਅਵਗੁਣਾਂ ਦੀਆਂ, ਨਰਕ ਦੀਆਂ, ਸਵਰਗ ਦੀਆਂ,
ਕਿਵੇਂ ਮੋਕਸ਼ ਕਿਵੇਂ ਮਿਲੇਗਾ, ਇਹ ਸਾਰੀਆਂ ਵਿਚਾਰਾਂ ਕਰਦੇ ਆ। ਫਿਰ ਜਦੋਂ ਗੁਰੂ ਸਾਹਿਬ ਆਉਂਦੇ ਨੇ ਉਹ ਸਮਝਾਉਂਦੇ ਆ ਕਿ ਅਸਲ ਦੇ ਵਿੱਚ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ।